संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ। ਵਾਹਿਗੁਰੂ ਪਾਸੋਂ ਜਾਂ ਮਹਾਂਪੁਰਖਾਂ ਪਾਸੋਂ ਸੇਵਾ ਸਿਮਰਨ ਕਰਕੇ ਬੰਦੇ ਨੂੰ ਜੋ ਕੁਝ ਮਿਲਦਾ ਹੈ, ਉਹਨਾਂ ਦੀ ਮਿਹਰ ਦੀ ਨਿਸ਼ਾਨੀ ਹੈ। ਪਰੰਤੂ ਇਨਸਾਨੀ ਸੁਭਾਅ ਅਨੁਸਾਰ ਬੰਦਾ ਸਮਝਦਾ ਹੈ, ਮੈਂ ਜੋ ਕੁਝ ਲਿਆ ਆਪਣੀ ਚਤੁਰਾਈ ਨਾਲ ਲਿਆ। ਇਹੋ ਇਨਸਾਨ ਦੀ ਭੁੱਲ ਹੈ। ਚਤੁਰਾਈ ਸਿਆਣਪਾਂ ਕਿਤੇ ਕਾਮ ਨ ਆਈਐ, ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਐ। ਅਤੇ ਬੰਦਾ ਚਤੁਰਾਈ ਨਾਲ ਲੈਣ ਦੀ ਕੋਸ਼ਿਸ਼ ਕਰਦਾ ਹੈ, ਪਰੰਤੂ ਮਹਾਂਪੁਰਖ ਭੋਲੇ ਭਾਅ ਰਹਿਣ ਵਾਲੇ, ਜਿਨ੍ਹਾਂ ਨੂੰ ਕਦੇ ਵੀ ਆਪਣੀ ਮਰਜ਼ੀ ਨਾਲ ਨਾ ਚਲਾ ਸਕੇ, ਨਾ ਬੁਲਾ ਸਕੇ, ਨਾ ਕੋਈ ਕਾਰਜ ਕਰਾ ਸਕੇ, ਮਹਾਂਪੁਰਖਾਂ ਦੀ ਤਾਂ ਸੇਵਾ ਕਰਕੇ ਸਤ ਬਚਨ ਦਾ ਅਧਿਕਾਰੀ ਬਣ ਕੇ ਜਗਿਆਸੂ ਮਨ ਇੱਛਤ ਫਲ ਪ੍ਰਾਪਤ ਕਰਦਾ ਰਿਹਾ ਹੈ ਅਤੇ ਕਰੇਗਾ। ਇਸੇ ਤਰ੍ਹਾਂ ਭੁੱਚੋ ਇੱਕ ਪ੍ਰੇਮੀ ਸਰਦਾਰ ਆਇਆ, ਬੜਾ ਪੜ੍ਹਿਆ ਹੋਇਆ ਅਤੇ ਗੱਲਬਾਤ ਵਿੱਚ ਬੜਾ ਚਤੁਰ। ਉਸ ਨੂੰ ਬਾਬਾ ਜੀ ਨੇ ਉਸ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ, ਮੈਂ ਆਪ ਜੀ ਪਾਸੋਂ ਉਹ ਸ਼ਬਦ ਪੁੱਛਣਾ ਹੈ ਜਿਹੜਾ ਮੁਰਦੇ ਕੋਲ ਪੜ੍ਹੀਏ ਮੁਰਦਾ ਜਿਉਂਦਾ ਹੋ ਜਾਂਦਾ ਹੈ। ਹਜੂਰ ਨੇ ਉੱਤਰ ਦਿੱਤਾ, ਬਾਣੀ ਤਾਂ ਸਾਰੀ ਜੀਵਨ ਦਾਨ ਬਖਸ਼ਦੀ ਹੈ, ਤੂੰ ਕਿਹੜਾ ਸ਼ਬਦ ਪੁੱਛਣਾ ਹੈ। ਉਹ ਇਸ ਰਮਜ ਨੂੰ ਸਮਝ ਨਾ ਸਕਿਆ। ਉਸਨੇ ਫਿਰ ਉਹੀ ਇੱਕ ਮੁਰਦੇ ਨੂੰ ਜਿਉਂਦਾ ਕਰਨ ਵਾਲਾ ਸ਼ਬਦ ਹੀ ਦੱਸਣ ਵਾਸਤੇ ਬੇਨਤੀ ਕੀਤੀ। ਅੱਗੋਂ ਬਾਬਾ ਜੀ ਨੇ ਕੁਝ ਵਿਸਥਾਰ ਪੂਰਵਕ ਇਉਂ ਦੱਸਣਾ ਆਰੰਭ ਕੀਤਾ। ਜਪਜੀ ਸਾਹਿਬ ਦਾ ਪਾਠ ਮਨ ਚਿੱਤ ਇਕਾਗਰ ਕਰਕੇ ਨਿਤਨੇਮ ਨਾਲ 1.25 ਲੱਖ ਪਾਠ ਕਰੇ ਤਾਂ ਇਹ ਮਨ ਇੱਛਤ ਫਲ ਪ੍ਰਾਪਤ ਹੋ ਜਾਂਦਾ ਹੈ। ਹੋਰ ਜੋ ਕੁਝ ਵੀ ਮੰਗੇ ਤਾਂ ਸਭ ਕੁਝ ਮਿਲ ਜਾਂਦਾ ਹੈ। ਪਰ ਕਰੇ ਸਾਡੇ ਕਹਿਣ ਅਨੁਸਾਰ, ਅਸੀਂ ਆਪਣੀ ਇੱਛਾ ਅਨੁਸਾਰ ਖਾਣ ਪਾਨ ਕਰਾਵਾਂਗੇ, ਰੱਖਾਂਗੇ। ਉਸ ਨੇ ਫਿਰ ਬੇਨਤੀ ਕੀਤੀ, ਜੀ ਮਹਾਰਾਜ, ਮੈਂ ਸੁਣਿਆ ਤੁਹਾਡੇ ਕੋਲ ਇੱਕ ਸ਼ਬਦ ਹੈ, ਮੈਨੂੰ ਉਹ ਸ਼ਬਦ ਦੱਸੋ। ਫਿਰ ਬਾਬਾ ਜੀ ਨੇ ਬਚਨ ਕੀਤਾ, ਕਮਾਈ ਕਰਕੇ ਵੱਡੇ ਤੋਂ ਵੱਡਾ ਕੰਮ ਹੋ ਸਕਦਾ ਹੈ, ਮੁਰਦਾ ਜਿਉਂਦਾ ਕਰਨਾ ਕੋਈ ਵੱਡੀ ਗੱਲ ਨਹੀਂ। ਨਾਲੇ ਹੱਸ ਕੇ ਬਚਨ ਕੀਤਾ, ਜੇ ਤੈਨੂੰ ਉਹ ਸ਼ਬਦ ਹੀ ਦੱਸ ਦਿੱਤਾ ਤੂੰ ਭੁੱਲ ਜਾਵੇਂਗਾ। ਉਸ ਨੇ ਤੁਰੰਤ ਹੀ ਜੇਬ ਵਿੱਚੋਂ ਕਾਪੀ ਕੱਢ ਲਈ, ਕਲਮ ਫੜ ਕੇ ਕਹਿਣ ਲੱਗਾ, ਲਓ ਜੀ, ਮੈਂ ਲਿਖ ਲੈਂਦਾ ਹਾਂ, ਭੁੱਲਦਾ ਨਹੀਂ, ਲਿਖਾਓ। ਬਾਬਾ ਜੀ ਨੇ ਬਚਨ ਕੀਤਾ, ਸਾਡਾ ਸਮਾਂ ਥੋੜ੍ਹਾ ਹੈ, ਤੂੰ ਕਲੇਰੀ ਮਹਾਂਪੁਰਖਾਂ ਕੋਲ ਚਲਾ ਜਾ, ਉਹ ਸਭ ਕੁਝ ਕਰਵਾਉਣਗੇ। ਉਹ ਫਿਰ ਵੀ ਨਾ ਮੰਨਿਆ ਅਤੇ ਨਾ ਸਮਝਿਆ। ਕਹਿਣ ਲੱਗਾ, ਜੀ ਨਹੀਂ, ਮਿਹਰ ਕਰੋ, ਹੁਣ ਲਿਖਵਾ ਹੀ ਦਿਓ। ਉਪਰੰਤ ਬਾਬਾ ਜੀ ਨੇ ਕੁਝ ਮੁੱਖ ਤੋਂ ਪੜ੍ਹਿਆ, ਜੋ ਉਸਨੇ ਜਲਦੀ ਜਲਦੀ ਲਿਖ ਲਿਆ। ਸਮਾਪਤ ਕਰਕੇ ਬਾਬਾ ਜੀ ਨੇ ਬਚਨ ਕੀਤਾ, ਲੈ ਤੂੰ ਚੰਗੀ ਤਰ੍ਹਾਂ ਲਿਖਿਆ ਹੋਇਆ ਪੜ੍ਹ ਲੈ।
ਉਸਨੇ ਕਿਹਾ, ਜੀ ਪੜ੍ਹ ਲਿਆ ਹੈ, ਹੁਣ ਨਹੀਂ ਕਿਤੇ ਜਾਂਦਾ। ਫਿਰ ਵੀ ਕਈ ਵਾਰ ਉਸਨੇ ਬੈਠੇ ਬੈਠੇ ਨੇ ਮੁੱਖ ਵਿੱਚੋਂ ਪੜ੍ਹਿਆ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਹੁਣ ਸੰਭਾਲ ਕੇ ਰੱਖੀ। ਤੂੰ ਲੰਗਰ ਵਿੱਚ ਜਾ ਕੇ ਲੰਗਰ ਛਕ ਲੈ। ਲੰਗਰ ਛਕਣ ਉਪਰੰਤ ਉਹ ਚਲਾ ਗਿਆ। ਰਸਤੇ ਵਿੱਚ ਨੇੜੇ ਹੀ ਕਿਤੇ ਜਾ ਕੇ ਕਾਗਜ਼ ਖੋਲ੍ਹ ਕੇ ਪੜ੍ਹਨ ਲੱਗਾ। ਕੀ ਵੇਖਿਆ, ਕਾਗਜ਼ ਖਾਲੀ ਹੈ। ਫਿਰ ਮੁੜ ਕੇ ਆਇਆ, ਉਹੀ ਬੇਨਤੀ ਲਿਖਾਉਣ ਦੀ ਕੀਤੀ ਤਾਂ ਹਜ਼ੂਰ ਨੇ ਜਵਾਬ ਦਿੱਤਾ, ਤੈਨੂੰ ਮਹਾਂਪੁਰਖਾਂ ਕੋਲ ਕਲੇਰੀ ਜਾ ਕੇ ਸੇਵਾ ਕਰਨ ਦਾ ਹੁਕਮ ਹੋਇਆ, ਤੂੰ ਉਹ ਨਹੀਂ ਮੰਨਿਆ। ਜੇ ਤੂੰ ਉੱਥੇ ਪਹੁੰਚ ਜਾਂਦਾ ਤਾਂ ਤੇਰਾ ਕੰਮ ਛੇਤੀ ਹੀ ਹੋ ਜਾਣਾ ਸੀ, ਚਿਰ ਨਹੀਂ ਸੀ ਲੱਗਣਾ। ਹੁਣ ਲਿਖਵਾਉਣ ਵਾਲਾ ਸਮਾਂ ਦੂਰ ਚਲਾ ਗਿਆ, ਨਾ ਇਹ ਚੀਜ਼ ਤੇਰੇ ਕੋਲ ਰਹੇਗੀ। ਉਪਰੰਤ ਉਹ ਨਿਰਾਸ਼ ਹੋ ਕੇ ਮੁੜ ਗਿਆ। ਸਕਲ ਪਦਾਰਥ ਹੈ ਜਗ ਮਾਹੇ, ਭਾਗਹੀਨ ਨਰ ਪਾਵਤ ਨਾਹੀ। ਇਹ ਪ੍ਰਸੰਗ ਵੱਡਾ ਝੰਡਾ ਸਿੰਘ ਸੇਮੇ ਵਾਲੇ ਤੋਂ ਮਿਲਿਆ। ਮਾਤਾ ਪਿਤਾ ਤੋਂ ਵੀ ਸੁਣਿਆ। ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਇੱਕ ਬੰਦਾ ਜਿਹੜਾ ਕਿ ਜੂਏ ਵਿੱਚ ਸਭ ਕੁਝ ਹਾਰ ਚੁੱਕਾ ਸੀ, ਬੜਾ ਦੁਖੀ ਸੀ। ਰਾਮ ਸਿੰਘ ਕਾਲ ਝਰਾਣੀ ਵਾਲੇ ਤੋਂ ਬਾਬਾ ਜੀ ਦੀ ਸਿਫਤ ਸੁਣ ਕੇ ਆਇਆ। ਉਸਨੇ ਦੱਸਿਆ, ਮੈਨੂੰ ਇੱਕ ਰੂਮੀ ਵਾਲੇ ਮਹਾਰਾਜ ਹੀ ਆਪਣੇ ਪੈਰਾਂ 'ਤੇ ਖੜਾ ਕਰ ਸਕਦੇ ਹਨ। ਤੂੰ ਉਹਨਾਂ ਕੋਲ ਆਪਣੀ ਹਾਲਤ ਦੱਸੀ, ਉਹ ਹੀ ਤੇਰੇ ਉੱਤੇ ਤਰਸ ਕਰਕੇ ਸਭ ਕੁਝ ਕਰ ਸਕਦੇ ਹਨ। ਮਨ ਬਾਸ਼ਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੀ। ਤੇਰਾ ਸਭ ਕੁਝ ਕਰ ਦੇਣਗੇ, ਪਰ ਸ਼ਰਤ ਇੱਕੋ ਹੀ ਹੈ, ਉਹਨਾਂ ਦਾ ਬਚਨ ਮੰਨ ਲਵੀਂ। ਰਾਮ ਸਿੰਘ ਨੇ ਉਸ ਨੂੰ ਆਪਣੇ ਵੱਲੋਂ ਪੱਕਾ ਕਰਕੇ ਭੇਜਿਆ। ਉਹ ਆਸਵੰਦ ਹੋ ਕੇ ਆਇਆ ਸੀ। ਸੇਵਾਦਾਰ ਰਾਹੀਂ ਬੇਨਤੀ ਕਰਕੇ ਅੰਦਰ ਆਇਆ। ਹਜ਼ੂਰ ਨੇ ਆਉਣ ਸਾਰ ਹੀ ਬਚਨ ਕੀਤਾ, ਤੈਨੂੰ ਕਾਲ ਝਰਾਣੀ ਵਾਲੇ ਰਾਮ ਸਿੰਘ ਨੇ ਘੱਲਿਆ ਹੈ। ਉਸਨੇ ਕਿਹਾ, ਜੀ ਹਾਂ। ਉਪਰੰਤ ਬਚਨ ਕੀਤਾ, ਜੂਏ ਵਾਲੇ ਲੋਕ ਚੰਗੇ ਨਹੀਂ ਹੁੰਦੇ, ਅਸੀਂ ਜੂਏ ਵਾਲਿਆਂ ਨੂੰ ਆਪਣੇ ਕੋਲ ਨਹੀਂ ਰੱਖਦੇ, ਤੂੰ ਇੱਥੋਂ ਚਲਾ ਜਾ। ਉਪਰੰਤ ਉਸ ਨੂੰ ਤੋਰ ਦਿੱਤਾ। ਕੁਝ ਦਿਨਾਂ ਬਾਅਦ ਉਹ ਫਿਰ ਆ ਗਿਆ। ਫਿਰ ਉਸ ਦੀ ਸਾਰੀ ਸ਼ਰ੍ਹਾ ਕਰਵਾਈ। ਉਪਰੰਤ ਬਚਨ ਕੀਤਾ, ਤੈਨੂੰ ਰਾਮ ਸਿੰਘ ਨੇ ਪੱਕਾ ਕਰਕੇ ਭੇਜਿਆ ਹੈ। ਉਪਰੰਤ ਉਸ ਨੂੰ ਸ਼ਰ੍ਹਾ ਕਰਕੇ ਇੱਕ ਦੀਵਾਨੀ ਦਿੱਤੀ ਤੇ ਬਚਨ ਕੀਤਾ, ਕੁਝ ਪੈਸੇ ਬਣਾ ਕੇ ਜੂਆ ਛੱਡ ਦੇਵੀਂ। ਇਹਨਾਂ ਪੈਸਿਆਂ ਨਾਲ ਕੋਈ ਹੋਰ ਕੰਮ ਕਰ ਲਵੀਂ, ਅੱਗੇ ਤੂੰ ਸੰਭਲ ਕੇ ਚੱਲੀ। ਉਸ ਨੂੰ ਆਗਿਆ ਦੇ ਕੇ ਤੋਰ ਦਿੱਤਾ। ਮਹਾਂਪੁਰਖ ਦੀ ਨਦਰ ਸਦਕੇ ਜਿਹੜੀ ਹਰ ਥਾਂ ਉੱਤੇ ਹਾਰ ਹੁੰਦੀ ਸੀ, ਉੱਥੇ ਹਰ ਥਾਂ ਉੱਤੇ ਜਿੱਤ ਹੋਣ ਲੱਗ ਪਈ। ਦਿਨਾਂ ਵਿੱਚ ਚੰਗੀ ਆਮਦਨ ਹੋਣ ਲੱਗੀ। 4 ਪੈਸੇ ਕੋਲ ਰਹਿਣ ਲੱਗ ਪਏ। ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ, ਕੇਸਰਾ ਬਈ ਉਹ ਜੂਏ ਵਾਲਾ ਤਾਂ ਅੱਗੇ ਹੀ ਅੱਗੇ ਵੱਧਦਾ ਜਾਂਦਾ ਹੈ, ਉਸ ਨੂੰ ਮੋੜੀਏ, ਭਲੇ ਪਾਸੇ ਲਾਈਏ। ਹੁਕਮ ਦੇ ਕੇ ਸੇਮੇ ਤੋਂ ਵੱਡੇ ਝੰਡੇ ਨੂੰ ਸੱਦ ਕੇ ਹੁਕਮ ਕੀਤਾ, ਇੱਕ ਜੂਏਬਾਜ਼ ਬੁਢਲਾਡੇ ਹੈ, ਉਸ ਦੇ ਲਾਲ ਪੱਗ
ਚਿੱਟਾ ਬੋਸਕੀ ਦਾ ਕੁੜਤਾ, ਹਰੀ ਬੋਸਕੀ ਦਾ ਪਜਾਮਾ ਤੇ ਕੜਵੀਂ ਜੁੱਤੀ ਪਾਈ ਹੋਈ ਹੈ। ਉਸ ਦੇ ਕੋਲ ਜਾ ਕੇ ਸਾਡਾ ਸੁਨੇਹਾ ਦੇ ਕੇ ਛੇਤੀ ਮੁੜ ਆਈ। ਉਸ ਨੂੰ ਕਹੀਂ ਆਉਣ ਲੱਗਾ ਆਪਣੇ ਘਰ ਵਾਲੀ ਨੂੰ ਨਾਲ ਲਈ ਆਵੇ। ਅੱਜ ਤੋਂ ਉਸ ਨੂੰ ਕਹਿਣਾ, ਤੇਰਾ ਜੂਆ ਬੰਦ, ਇਹ ਸਾਡਾ ਹੁਕਮ ਹੈ, ਤੂੰ ਛੇਤੀ ਤੁਰ ਜਾ। ਹੁਕਮ ਅਨੁਸਾਰ ਵੱਡਾ ਝੰਡਾ ਸਿੰਘ ਬੁਢਲਾਡੇ ਪਹੁੰਚ ਗਿਆ। ਕੱਪੜਿਆਂ ਦੀਆਂ ਨਿਸ਼ਾਨੀਆਂ ਵੇਖ ਕੇ ਪਛਾਣ ਲਿਆ ਤੇ ਝੰਡਾ ਸਿੰਘ ਨੇ ਬਾਬਾ ਜੀ ਦਾ ਨਾਮ ਲੈ ਕੇ ਸੁਨੇਹਾ ਦੇ ਦਿੱਤਾ। ਵੱਡਾ ਝੰਡਾ ਸਿੰਘ ਦੇ ਵਾਪਸ ਭੁੱਚੋ ਪਹੁੰਚਣ ਤੋਂ ਅਗਲੇ ਦਿਨ ਹੀ ਉਹ ਵੀ ਘਰ ਵਾਲੀ ਸਣੇ ਪਹੁੰਚ ਗਿਆ ਤੇ ਨਮਸਕਾਰ ਕੀਤੀ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਕਿਉਂ ਬਈ ਤੂੰ ਹੁਣ ਤਾਂ ਸਬਰ ਕਰ। ਉਸ ਨੇ 7 ਬਚਨ ਕੀਤਾ ਤੇ ਫਿਰ ਉਸ ਦੇ ਘਰ ਵਾਲੀ ਨੂੰ ਕਹਿਣ ਲੱਗੇ, ਹੁਣ ਤੂੰ ਅੱਗੇ ਹੋ ਕੇ ਘਰ ਦਾ ਕੰਮ ਕਰ। ਇਸ ਦੇ ਕੋਲ ਜਿੰਨੇ ਪੈਸੇ ਹਨ ਤੂੰ ਹੱਥ ਵਿੱਚ ਕਰ ਲੈ। ਇਸ ਨੂੰ ਸਾਡੇ ਕੋਲ ਛੱਡ ਜਾ। ਸਾਰੀਆਂ ਆਦਤਾਂ ਸੁਧਾਰ ਕੇ ਇਸ ਨੂੰ ਤੇਰੇ ਕੋਲ ਘੱਲਾਂਗੇ। ਉਸ ਦੀ ਘਰਵਾਲੀ ਨੇ ਬੇਨਤੀ ਕੀਤੀ, ਮਹਾਰਾਜ, ਘਰ ਦਾ ਕੰਮ ਤਾਂ ਅੱਗੇ ਹੋ ਕੇ ਬੰਦੇ ਕਰ ਸਕਦੇ ਹਨ, ਬੁੜੀਆਂ ਨਹੀਂ ਕਰ ਸਕਦੀਆਂ। ਅੱਗੇ ਜਿਵੇਂ ਆਪ ਜੀ ਦਾ ਹੁਕਮ ਹੈ ਮੈਂ ਤਿਆਰ ਹਾਂ। ਆਪ ਸਭ ਕੁਝ ਕਰਾ ਸਕਦੇ ਹੋ। ਬਾਬਾ ਜੀ ਬੜੇ ਪ੍ਰਸੰਨ ਹੋਏ ਤਾਂ ਬਚਨ ਕੀਤਾ, ਦੇਵੀ ਸ਼ੁੱਧ ਹੈ, ਸਭ ਕੁਝ ਹੋਵੇਗਾ, ਤੂੰ ਫਿਕਰ ਨਾ ਕਰ। ਹੱਸ ਕੇ ਬਚਨ ਕੀਤਾ, ਇਸ ਨੂੰ ਬੰਦਾ ਤਾਂ ਹੁਣ ਬਣਾਉਣ ਲੱਗੇ ਹਾਂ, ਅੱਗੇ ਇਹ ਬੰਦਾ ਨਹੀਂ ਸੀ। ਜਿਵੇਂ ਗੁਰਵਾਕ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਉਪਰੰਤ ਉਸ ਦੇ ਘਰ ਵਾਲੀ ਨੂੰ ਤਾਂ ਆਗਿਆ ਦੇ ਕੇ ਘਰ ਭੇਜ ਦਿੱਤਾ। ਉਸ ਨੂੰ ਕੋਲ ਰੱਖ ਲਿਆ ਅਤੇ ਫਿਰ ਹੁਕਮ ਕੀਤਾ, ਰਤਨ ਸਿੰਘ ਡਰੋਲੀ ਨੂੰ ਹਾਜ਼ਰ ਕਰੋ। ਭਾਈ ਰਤਨ ਸਿੰਘ ਦੇ ਹਾਜ਼ਰ ਹੋਣ 'ਤੇ ਹੁਕਮ ਕੀਤਾ, ਇਸ ਨੂੰ ਸਾਡੇ ਕੋਲ ਬਿਠਾ ਕੇ ਜਪਜੀ ਸਾਹਿਬ ਦੇ ਇੱਕ ਵਾਰ 5 ਪਾਠ ਸੁਣਾ। ਹੁਕਮ ਅਨੁਸਾਰ 5 ਪਾਠ ਸੁਣਾਏ। ਉਪਰੰਤ ਇਸ ਨੂੰ ਹੁਕਮ ਕੀਤਾ, ਲੈ ਬਈ ਹੁਣ ਤੂੰ ਪਾਠ ਸੁਣਾ। ਅੱਖਾਂ ਬੰਦ ਰੱਖੀ, ਤੇਰੇ ਅੰਦਰ ਹੀ ਲਿਖਿਆ ਹੈ, ਪੜ੍ਹੀ ਚੱਲ ਤੇ ਸੁਣਾ ਦੇ। ਹੁਕਮ ਅਨੁਸਾਰ ਅੱਖਾਂ ਬੰਦ ਤੋਂ ਹੀ ਇਸ ਨੇ ਇਉਂ ਪੜ੍ਹ ਕੇ ਸੁਣਾ ਦਿੱਤਾ ਜਿਵੇਂ ਅੱਗੇ ਹੀ ਇਸ ਦੇ ਯਾਦ ਹੋਵੇ। ਗੁਰਬਾਣੀ ਵਿੱਚ ਹੁਕਮ ਹੈ ਨਾ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਫਿਰ ਹੁਕਮ ਅਨੁਸਾਰ ਇਸ ਨੇ ਸੇਵਾ ਸਿਮਰਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕੋ ਦੀਦਾਰ। ਇਸ ਨੂੰ ਇੱਕ ਦਿਨ ਹਜ਼ੂਰੀ ਵਿੱਚ ਸੱਦ ਕੇ ਹੁਕਮ ਕੀਤਾ, ਕਿਉਂ ਬਈ ਹੁਣ ਤੇਰਾ ਚਿੱਤ ਕਿਸ ਕੰਮ ਨੂੰ ਕਰਦਾ ਹੈ? ਜੀ ਮੈਂ ਚਾਹੁੰਦਾ ਹਾਂ ਦਿਨ ਰਾਤ ਸੇਵਾ ਕਰਦਾ ਰਹਾਂ। ਤੂੰ ਮੈਨੂੰ ਇਵੇਂ ਹੀ ਬੈਠਾ ਦਿਸਦਾ ਰਹੇ। ਭੋਲੇ ਭਾ ਬੇਨਤੀ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ, ਸਾਡਾ ਸਮਾਂ ਥੋੜ੍ਹਾ ਹੈ, ਤੂੰ ਕੁਝ ਸੇਵਾ ਹੋਰ ਕਰ ਲੈ। ਉਪਰੰਤ ਫਿਰ ਸੇਵਾ ਆਰੰਭ ਕਰ ਦਿੱਤੀ। ਸੇਵਾ ਕਰਦਾ ਰਿਹਾ। ਇੱਕ ਦਿਨ ਹੁਕਮ ਕੀਤਾ, ਬਾਲਿਆ ਲਿਆ ਗੰਗਾ ਜਲ ਛਕੀਏ। ਮਹੀਨਾ ਜਾਂ ਮਹੀਨੇ ਬਾਅਦ ਹੀ ਜਲ ਸਕਦੇ ਸਨ।
ਉਹ ਵੀ ਗੰਗਾ ਜਲ ਛਕਦੇ ਸਿਰਫ 1 ਜਾਂ 2 ਘੁੱਟ। ਜਲ ਛਕਣ ਲੱਗੇ ਅਚਾਨਕ ਹੀ ਇਹ ਵੀ ਸਾਹਮਣੇ ਆ ਕੇ ਨਮਸਕਾਰ ਕਰਕੇ ਬੈਠ ਗਿਆ ਅਤੇ ਬੋਲਿਆ, ਮਹਾਰਾਜ ਹਰੀ ਹਰ। ਹਜ਼ੂਰ ਨੇ ਪੁੱਛਿਆ, ਬਾਲਿਆ ਕੌਣ ਹੈ? ਬਾਬਾ ਨਰੈਣ ਸਿੰਘ ਜੀ ਨੇ ਦੱਸਿਆ, ਜੀ ਇਹ ਰਾਮ ਸਿੰਘ ਦਾ ਬੇਲੀ ਹੈ। ਹਜ਼ੂਰ ਨੇ ਬਚਨ ਕੀਤਾ, ਸ਼ੁੱਧ ਹੈ, ਚੰਗੇ ਸਮੇਂ ਆ ਗਿਆ। ਨਾਲ ਹੀ ਬਚਨ ਕੀਤਾ, ਨੇੜੇ ਹੋ ਕੇ ਬੁੱਕ ਕਰ। ਹੁਕਮ ਅਨੁਸਾਰ ਇਹ ਨੇੜੇ ਹੋ ਗਿਆ, ਆਪਣਾ ਬੁੱਕ ਅੱਗੇ ਕਰ ਦਿੱਤਾ। ਨਾਲ ਹੀ ਕਿਹਾ, ਲਓ ਮਹਾਰਾਜ। ਆਪ ਜੀ ਨੇ ਬਚਨ ਕੀਤਾ, ਬਾਲਿਆ ਬਚਿਆ ਹੋਇਆ ਜਲ ਇਸ ਦੇ ਬੁੱਕ ਵਿੱਚ ਪਾ ਦੇ। ਬੁੱਕ ਵਿੱਚ ਪਾਉਣ ਉਪਰੰਤ ਇਸ ਨੇ ਛਕ ਲਿਆ। ਉੱਚੀ ਆਵਾਜ਼ ਵਿੱਚ ਗੱਜ ਕੇ ਕਿਹਾ, ਜਾਓ ਰੋਟੀ ਜੋਗਾ ਹੋ ਗਿਆ ਹੈ, ਤੈਨੂੰ ਕੋਈ ਘਾਟਾ ਨਹੀਂ ਰਹੇਗਾ। ਤੇਰੀ ਘਰਵਾਲੀ ਵੀ ਅੱਜ ਇੱਥੇ ਆ ਰਹੀ ਹੈ, ਤੈਨੂੰ ਉਸ ਦੇ ਨਾਲ ਤੋਰਾਂਗੇ। ਹੁਕਮ ਕੀਤਾ, ਬਾਲਿਆ ਇਸ ਦੀ ਬਾਂਹ ਫੜ ਕੇ ਸਾਹਮਣੇ ਕੋਠੀ ਵਾਲੇ ਬਰਾਂਡੇ ਵਿੱਚ ਬਿਠਾ ਦਿਓ। ਉਸ ਸਮੇਂ ਇਸ ਦੀ ਹਾਲਤ ਮਸਤੀ ਵਾਲੀ ਸੀ। ਮਹਾਂਪੁਰਖ ਦੀ ਕਿਰਪਾ ਦ੍ਰਿਸ਼ਟੀ ਹੀ ਅਨੋਖੀ ਮਸਤੀ ਦੇਣ ਵਾਲੀ ਹੁੰਦੀ ਹੈ। ਸੰਤ ਨਰੈਣ ਸਿੰਘ ਜੀ ਨੇ ਬਾਂਹ ਫੜ ਕੇ ਕੋਠੀ ਦੇ ਬਰਾਂਡੇ ਵਿੱਚ ਬਿਠਾ ਦਿੱਤਾ। ਉਪਰੰਤ ਇਸ ਦੀ ਘਰਵਾਲੀ ਵੀ ਆ ਗਈ ਅਤੇ ਉਸਨੇ ਨਮਸਕਾਰ ਕੀਤੀ। ਹਜ਼ੂਰ ਨੇ ਹੱਸ ਕੇ ਬਚਨ ਕੀਤਾ, ਦੇਵੀ ਉਹ ਸਾਹਮਣੇ ਤੇਰਾ ਪਤੀ ਬੈਠਾ ਹੈ, ਸਿਆਣ ਲੈ ਹੁਣ ਬੰਦਾ ਬਣਿਆ ਹੈ, ਅੱਗੇ ਨਹੀਂ ਸੀ। ਇਸ ਨੂੰ ਬੁਲਾਉਣਾ ਨਹੀਂ, ਜਿਵੇਂ ਬੈਠਾ ਹੈ ਬੈਠਾ ਰਹਿਣ ਦੇ। ਹੁਕਮ ਮੰਨ ਕੇ ਉਹ ਬੀਬੀ ਵੀ ਉਸ ਦੇ ਕੋਲ ਜਾ ਬੈਠੀ। ਕੁਝ ਸਮੇਂ ਉਪਰੰਤ ਹਜ਼ੂਰ ਨੇ ਆਵਾਜ਼ ਦੇ ਕੇ ਇਹਨਾਂ ਦੋਹਾਂ ਨੂੰ ਕੋਲ ਸੱਦ ਕੇ ਹੁਕਮ ਕੀਤਾ, ਹੁਣ ਤੁਸੀਂ ਦੋਨੋਂ ਲੰਗਰ ਛਕ ਕੇ ਆਓ। ਹੁਕਮ ਅਨੁਸਾਰ ਲੰਗਰ ਛਕ ਕੇ ਹਾਜ਼ਰ ਹੋਏ। ਉਪਰੰਤ ਬਚਨ ਕੀਤਾ, ਘਰ ਜਾਓ, ਤੂੰ ਵਾਰ ਸ਼ਰਾਬ ਵਾਲੇ ਰਗੜੇ ਝਗੜੇ ਵਿੱਚ ਨਾ ਆਈ। ਮਸਤ ਰਹੀਂ, ਤੇਰੇ ਸਭ ਕੰਮ ਹੁਣ ਆਪਣੇ ਆਪ ਹੀ ਹੁੰਦੇ ਰਹਿਣਗੇ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਹੁਕਮ ਅਨੁਸਾਰ ਘਰ ਗਏ। ਕਦੇ ਕਦੇ ਆ ਕੇ ਦਰਸ਼ਨ ਕਰ ਜਾਂਦਾ ਹੁੰਦਾ ਸੀ। ਦੱਸਦੇ ਹੁੰਦੇ ਸਨ ਪਿਤਾ ਜੀ, ਰਹਿੰਦਾ ਮਸਤ ਜਿਹਾ ਹੀ ਸੀ। ਆਪ ਜੀ ਵੀ ਇਸ ਨੂੰ ਮਸਤ ਕਹਿ ਕੇ ਬੁਲਾਉਂਦੇ ਹੁੰਦੇ ਸਨ। ਮਹਾਂ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਇਹ ਪ੍ਰਸੰਗ ਵੱਡੇ ਝੰਡਾ ਸਿੰਘ ਤੋਂ ਸੁਣਿਆ। ਆਪ ਬੁਝਾਏ ਸੋਈ ਬੂਝੈ। ਇੱਕ ਸਮੇਂ ਪੰਡਿਤ ਸ੍ਰੀ ਰਾਮ ਸਿੰਘ ਜੀ ਦਰਸ਼ਨ ਕਰਨ ਆਏ। ਨਾਲ ਕੁਝ ਪ੍ਰੇਮੀ ਹਾਕਮ ਸਿੰਘ ਗਿੱਲ, ਗੁਰਮੁਖ ਸਿੰਘ ਮਲੂਕੇ ਤੋਂ ਸੀ। ਪ੍ਰੇਮੀ ਨਾਲ ਸਨ। ਇਤਨੇ ਹੀ ਨਾਮ ਮਿਲੇ ਹਨ। ਸਭ ਨੇ ਨਮਸਕਾਰ ਕੀਤੀ। ਦਿਨ ਛਿਪਣ ਦਾ ਸਮਾਂ ਸੀ। ਕੁਝ ਸੰਗਤ ਅੱਗੇ ਹੀ ਬੈਠੀ ਸੀ। ਗਰਮੀ ਦਾ ਮੌਸਮ, ਸਾਵਣ ਭਾਦੋਂ ਦਾ ਮਹੀਨਾ ਸੀ। ਵੱਟ ਮਰੋੜਾ ਬੜਾ ਸੀ। ਹਾਕਮ ਸਿੰਘ ਗਿੱਲ ਨੇ ਬੇਨਤੀ ਕੀਤੀ, ਮਹਾਰਾਜ ਵੱਟ ਬੜਾ ਹੈ, ਬੈਠਿਆ ਨਹੀਂ ਜਾਂਦਾ, ਕੁਝ ਮਿਹਰ ਕਰੋ, ਠੰਡੀ ਹਵਾ ਚਲਾ ਦਿਓ, ਗਰਮੀ ਹਟੇ। ਉਪਰੰਤ
ਬਾਬਾ ਜੀ ਨੇ ਬਚਨ ਕੀਤਾ, ਇਉਂ ਕਰੋ, ਸਾਡੇ ਟਿੱਲੇ ਉੱਤੇ ਲੋਟ ਪਈ ਹੈ, ਮੂਧੀ ਭਾਵ ਕੇ ਪੁੱਠੀ ਹੈ, ਉਸ ਦਾ ਮੂੰਹ ਇੱਧਰ ਨੂੰ ਕਰਕੇ ਸਿੱਧੀ ਕਰ ਦਿਓ, ਠੰਡੀ ਹਵਾ ਚੱਲ ਪਵੇਗੀ। ਹੁਕਮ ਅਨੁਸਾਰ ਇਵੇਂ ਹੀ ਕੀਤਾ। ਕਰਨ ਦੀ ਦੇਰ ਹੀ ਸੀ, ਵੱਟ ਮੜੋੜ ਵਿੱਚ ਠੰਡੀ ਹਵਾ ਚੱਲ ਪਈ। ਜਿੱਥੇ ਅੱਗੇ ਤਨ ਵਾਲੇ ਕੱਪੜੇ ਨਹੀਂ ਸੀ ਰੱਖੇ ਜਾਂਦੇ, ਉੱਥੇ ਚਾਦਰਾਂ ਦੀਆਂ ਬੁੱਕਲਾਂ ਮਾਰਨੀਆਂ ਪਈਆਂ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਗਿੱਲਾ ਕਿਸੇ ਸਮੇਂ ਇਹਨਾਂ ਲੋਟਾਂ ਪਿੱਛੇ ਨਾ ਲੜਿਓ, ਇਹਨਾਂ ਵਿੱਚ ਕੁਝ ਨਹੀਂ, ਸਾਡੇ ਨਾਲ ਹੀ ਸਭ ਕੁਝ ਹੈ। ਠੀਕ ਇਸ ਸਮੇਂ ਹੀ ਹਾਕਮ ਸਿੰਘ ਗਿੱਲ ਨੇ ਬੇਨਤੀ ਕੀਤੀ, ਜੀ ਮਹਾਰਾਜ ਬਖਸ਼ ਲਵੋ, ਮੇਰੇ ਪਾਪੀ ਮਨ ਵਿੱਚ ਇਸ ਲੋਟ ਨੂੰ ਚੋਰੀ ਚੁੱਕ ਕੇ ਲੈ ਜਾਣ ਦਾ ਖਿਆਲ ਆਇਆ ਸੀ, ਬਖਸ਼ ਲੈਣਾ। ਹਜੂਰ ਨੇ ਹੱਸ ਕੇ ਬਚਨ ਕੀਤਾ, ਕੋਈ ਗੱਲ ਨਹੀਂ, ਸ਼ੁੱਧ ਹੈ। ਉਪਰੰਤ ਸੰਗਤ ਵਿੱਚੋਂ ਇੱਕ ਪ੍ਰੇਮੀ ਨੇ ਬੇਨਤੀ ਕੀਤੀ, ਮਹਾਰਾਜ ਇੱਕ ਮਸ਼ੀਨ ਨਵੀਂ ਚੱਲੀ ਹੈ, ਜਿਸ ਦੇ ਉੱਤੇ ਇੱਕ ਕਾਲਾ ਜਿਹਾ ਰਿਕਾਰਡ ਰੱਖਦੇ ਹਨ। ਉਸ ਵਿੱਚੋਂ ਗਾਣੇ ਦੀ ਆਵਾਜ਼ ਵਿੱਚ ਬੰਦਾ ਬੋਲਦਾ ਹੈ। ਅੱਗੋਂ ਬਾਬਾ ਜੀ ਨੇ ਬਚਨ ਕੀਤੇ, ਬੰਦਾ ਬੋਲਦਾ ਹੈ ਕਿ ਭੂਤ ਕਿਉਂ ਦਾਦਾ ਜੀ। ਅੱਗੋਂ ਸ਼੍ਰੀ ਰਾਮ ਸਿੰਘ ਜੀ ਨੇ ਬੇਨਤੀ ਕੀਤੀ, ਜੀ ਹਾਂ ਮਹਾਰਾਜ, ਸੱਤ ਹੈ। ਉਸ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਭੂਤ ਬੋਲਦੇ ਹਨ। ਗੁਰਬਚਨ ਹੈ, ਅੰਤਰ ਲੋਭ ਭੌਂਕੇ ਜਿਸ ਕੁੱਤਾ। ਅੱਗੋਂ ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਠੀਕ ਹੈ ਪੰਡਤ ਜੀ, ਇਸ ਰਮਜ ਨੂੰ ਤੂੰ ਬੁੱਝਿਆ ਹੈ। ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕਿਸ ਸੂਝੈ। ਇਹ ਪ੍ਰਸੰਗ ਸ੍ਰੀ ਰਾਮ ਸਿੰਘ ਜੀ ਦੇ ਭਾਣਜੇ ਸ਼ਾਸਤਰੀ ਜੀ ਨੇ ਸੁਣਾਇਆ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਇੱਕ ਵਾਰ 3-4 ਪ੍ਰੇਮੀ ਤੁੰਗ ਵਾਲੀ ਨਗਰੀ ਤੋਂ ਦਰਸ਼ਨ ਕਰਨ ਵਾਸਤੇ ਚੱਲ ਪਏ। ਇਹਨਾਂ ਵਿੱਚ ਇੱਕ ਸੇਵਕ, ਜਿਸ ਦਾ ਨਾਮ ਭਾਈ ਮੰਗਲ ਸਿੰਘ ਸੀ, ਅੱਗੇ ਵੀ ਦਰਸ਼ਨ ਕਰਨ ਆਉਂਦਾ ਅਤੇ ਕਈ ਦਿਨ ਬਾਬਾ ਜੀ ਪਾਸ ਹੀ ਰਹਿੰਦਾ ਸੀ। ਪੁਰਾਣਾ ਸੇਵਾਦਾਰ ਸੀ। ਰਸਤੇ ਵਿੱਚ ਦੂਜੇ ਸਾਥੀਆਂ ਨੇ ਪੁੱਛਿਆ, ਮੰਗਲ ਸਿਆਂ, ਤੂੰ ਐਨੇ ਚਿਰ ਤੋਂ ਬਾਬਾ ਜੀ ਕੋਲ ਜਾਂਦਾ ਰਹਿੰਦਾ ਹੈ, ਕਦੇ ਕੁਝ ਦੇਖਿਆ ਵੀ ਹੈ? ਅੱਗੋਂ ਮੰਗਲ ਸਿੰਘ ਚੁੱਪ ਹੀ ਰਿਹਾ। ਕਿਸੇ ਕੰਮ ਕਰਕੇ ਇਹਨਾਂ ਨੇ ਪੁੱਛੋ ਮੰਡੀ ਵਿੱਚੋਂ ਦੀ ਹੋ ਕੇ ਹੀ ਜਾਣਾ ਸੀ। ਸਾਰੇ ਜਾਣੇ ਪੁੱਛੋ ਮੰਡੀ ਪਹੁੰਚ ਗਏ। ਉੱਥੇ ਇੱਕ ਦੁਕਾਨ ਤੋਂ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਇਹਨਾਂ ਤਿੰਨਾਂ ਨੇ ਇੱਕ ਸਾਥੀ ਨੂੰ ਫੜਾ ਦਿੱਤਾ ਅਤੇ ਪੁੱਛੋ ਨੂੰ ਤੁਰ ਪਏ। ਜਿਸ ਨੂੰ ਇਹਨਾਂ ਨੇ ਪ੍ਰਸ਼ਾਦ ਫੜਾਇਆ ਸੀ, ਰਾਹ ਵਿੱਚ ਉਸਨੇ 1-2 ਪਤਾਸੇ ਮੂੰਹ ਵਿੱਚ ਪਾ ਲਏ। ਵੇਖ ਕੇ ਮੰਗਲ ਸਿੰਘ ਨੇ ਕਿਹਾ, ਇਹ ਪ੍ਰਸਾਦ ਤਾਂ ਝੂਠਾ ਹੋ ਗਿਆ, ਮਹਾਰਾਜ ਨੇ ਮਨਜ਼ੂਰ ਨਹੀਂ ਕਰਨਾ। ਉਸਨੇ ਹੱਸ ਕੇ ਗੱਲ ਟਾਲ ਦਿੱਤੀ ਤੇ ਕਿਹਾ, ਮਹਾਰਾਜ ਕਿਹੜਾ ਵੇਖਦੇ ਹਨ। ਖੈਰ, ਜਿਸ ਸਮੇਂ ਚਾਰੇ ਡੇਰੇ ਵਿੱਚ ਪਹੁੰਚੇ, ਸਭ ਨੇ ਨਮਸਕਾਰ ਕੀਤੀ। ਪ੍ਰਸ਼ਾਦ ਰੱਖਣ ਵਾਲੇ ਨੂੰ ਸੰਬੋਧਨ ਕਰਕੇ ਬਚਨ ਕੀਤਾ, ਬਈ ਤੂੰ 2 ਪਤਾਸੇ ਖਾ ਕੇ ਹੀ ਹਟ ਗਿਆ, ਸਾਰੇ ਖਾ ਲੈਂਦਾ, ਮਹਾਰਾਜ ਕਿਹੜਾ ਵੇਖਦੇ ਹਨ। ਹੁਣ ਝੂਠਾ ਪ੍ਰਸ਼ਾਦ ਅਸੀਂ ਨਹੀਂ ਲੈਣਾ। ਉਪਰੰਤ ਪ੍ਰਸ਼ਾਦ ਉਸ ਨੂੰ ਚੁਕਾ ਦਿੱਤਾ। ਫਿਰ ਬਚਨ ਕੀਤਾ, ਰਾਹ ਵਿੱਚ ਤੁਸੀਂ ਮੰਗਲ ਸਿੰਘ ਨੂੰ ਪੁੱਛਦੇ ਸੀ,
ਤੂੰ ਸੰਤਾਂ ਕੋਲ ਕੀ ਵੇਖਿਆ ਹੈ? ਹੁਣ ਦੱਸੋ ਹੋਰ ਕੀ ਵਿਖਾਲੀਏ। ਤਾਂ ਫਿਰ ਸਭ ਨੇ ਮਾਫੀ ਮੰਗੀ, ਬਚਨ ਕੀਤਾ ਸ਼ੁੱਧ ਹੈ। ਫਿਰ ਮੰਗਲ ਸਿੰਘ ਨੂੰ ਆਪਣੇ ਪਾਸ ਰੱਖ ਲਿਆ। ਦੂਸਰੇ ਸਾਥੀਆਂ ਨੂੰ ਆਗਿਆ ਦੇ ਕੇ ਤੋਰ ਦਿੱਤਾ। ਤੁਰਨ ਸਮੇਂ ਉਹਨਾਂ ਨੂੰ ਤਾਕੀਦ ਕੀਤੀ ਕਿ ਕਿਸੇ ਸਾਧੂ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ। ਇਹ ਪ੍ਰਸੰਗ ਮੰਗਲ ਸਿੰਘ ਨੇ ਇੱਕ ਵਾਰੀ ਕਲੇਰੀ ਆਉਣ ਉੱਤੇ ਸੁਣਾਇਆ ਸੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।